ਗੁੱਡ ਮਾਰਨਿੰਗ ਬੱਚਿਓ। ਇਹ ਸਾਹਮਣੇ ਤੁਸੀਂ ਨਕਸ਼ਾ ਦੇਖ ਰਹੇ ਹੋ। ਇਹ ਕਿਹੜੇ ਦੇਸ਼ ਦਾ ਨਕਸ਼ਾ ਹੈ? ਹਾਂਜੀ, ਸਾਡੇ ਦੇਸ਼ ਭਾਰਤ ਦਾ ਇਹ ਨਕਸ਼ਾ ਹੈ। ਅੱਜ ਅਸੀਂ ਆਪਣੇ 8ਵੀਂ ਜਮਾਤ ਦਾ ਪਾਠ ਦੂਜਾ ਕੁਦਰਤੀ ਸਾਧਨ ਅਸੀਂ ਇਸ ਦਾ ਨਕਸ਼ਾ ਕਰਨ ਜਾ ਰਹੇ ਹਾਂ। ਇਸ ਪਾਠ ਦੇ ਵਿੱਚ ਤੁਸੀਂ ਅਨੇਕਾਂ ਕੁਦਰਤੀ ਸਾਧਨਾਂ ਬਾਰੇ ਪੜ੍ਹਿਆ ਹੈ, ਜਿਵੇਂ ਮਿੱਟੀ, ਭੂਮੀ, ਪਾਣੀ। ਅਸੀਂ ਇਹਨਾਂ ਹੀ ਕੁਦਰਤੀ ਸਾਧਨਾਂ ਨੂੰ ਇਸ ਨਕਸ਼ੇ ਦੇ ਉੱਪਰ ਦਰਸਾਵਾਂਗੇ। ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਦਿਸ਼ਾਵਾਂ ਬਾਰੇ ਜਾਣਕਾਰੀ ਹਾਸਲ ਕਰ ਲਈਏ। ਸਭ ਤੋਂ ਉੱਪਰ ਵਾਲੀ ਦਿਸ਼ਾ ਨਾਰਥ ਯਾਨੀ ਉੱਤਰ, ਨੀਚੇ ਸਾਊਥ ਯਾਨੀ ਦੱਖਣ, ਸਾਡੇ ਸੱਜੇ ਹੱਥ ਈਸਟ ਯਾਨੀ ਪੂਰਬ, ਸਾਡੇ ਖੱਬੇ ਹੱਥ ਵੈਸਟ ਯਾਨੀ ਪੱਛਮ। ਇਸੇ ਤਰ੍ਹਾਂ ਹੀ ਸਾਡੇ ਇਸ ਨਕਸ਼ੇ ਦੇ ਉੱਪਰ ਦਿਸ਼ਾਵਾਂ ਕਿਵੇਂ ਹੋਣਗੀਆਂ? ਉੱਪਰ ਹੋਏਗਾ ਸਾਡਾ ਨਾਰਥ ਯਾਨੀ ਉੱਤਰ, ਨੀਚੇ ਸਾਊਥ ਯਾਨੀ ਦੱਖਣ, ਸੱਜਾ ਹੱਥ ਈਸਟ ਯਾਨੀ ਪੂਰਬ, ਖੱਬੇ ਪਾਸੇ ਵੈਸਟ ਯਾਨੀ ਪੱਛਮ। ਬੇਟੇ, ਇਸ ਨਕਸ਼ੇ ਦੇ ਵਿੱਚ ਤੁਸੀਂ ਪੀਲਾ ਰੰਗ ਦੇਖ ਰਹੇ ਹੋ। ਇਹ ਪੀਲਾ ਰੰਗ ਸਾਨੂੰ ਕੀ ਦਰਸਾ ਰਿਹਾ ਹੈ? ਇਹ ਸਾਡੇ ਗਵਾਂਢੀ ਰਾਜ ਨੇ। ਇਹ ਹੈ ਨੇਪਾਲ, ਇਹ ਹੈ ਭੂਟਾਨ ਤੇ ਇਹ ਸ਼੍ਰੀਲੰਕਾ ਹੈ। ਮਤਲਬ ਗਵਾਂਢੀ ਦੇਸ਼, ਮਤਲਬ ਇਹ ਸਾਡੇ ਭਾਰਤ ਦਾ ਹਿੱਸਾ ਨਹੀਂ ਹਨ। ਅਸੀਂ ਇਹਨਾਂ ਦੇ ਉੱਪਰ ਕੁਝ ਵੀ ਡਰਾ ਨਹੀਂ ਕਰਨਾ। ਹੁਣ ਤੁਸੀਂ ਇਸ ਨਕਸ਼ੇ ਦੇ ਉੱਪਰ ਦੇਖੋ ਨੀਲਾ ਰੰਗ। ਇਹ ਨੀਲਾ ਰੰਗ ਸਾਨੂੰ ਕੀ ਦਰਸਾ ਰਿਹਾ ਹੈ? ਹਾਂਜੀ, ਇਹ ਨਦੀਆਂ ਹਨ। ਇਹ ਨਦੀ ਹੈ ਗੰਗਾ, ਇਹ ਨਦੀ ਹੈ ਬ੍ਰਹਮਪੁੱਤਰ। ਸਭ ਤੋਂ ਪਹਿਲਾਂ ਅਸੀਂ ਗੰਗਾ ਨਦੀ ਬਾਰੇ ਪੜ੍ਹਾਂਗੇ। ਗੰਗਾ ਨਦੀ ਕਿਹੜੇ-ਕਿਹੜੇ ਭਾਰਤ ਦੇ ਕਿਹੜੇ-ਕਿਹੜੇ ਰਾਜਾਂ ਦੇ ਵਿੱਚੋਂ ਨਿਕਲਦੀ ਹੈ ਤੇ ਕਿੱਥੇ ਜਾ ਕੇ ਇਹ ਮਿਲ ਜਾਂਦੀ ਹੈ। ਗੰਗਾ ਨਦੀ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ, ਜਿਸ ਦੀ ਲੰਬਾਈ 2525 ਕਿਲੋਮੀਟਰ ਹੈ। ਇਹ ਨਦੀਆਂ ਨੇ ਜਿਹੜੀਆਂ, ਇਹ ਹਿਮਾਲਿਆ ਪਰਬਤ, ਸਾਡਾ ਜਿਹੜਾ ਹਿਮਾਲਿਆ ਪਰਬਤ ਹੈ, ਜੰਮੂ ਕਸ਼ਮੀਰ, ਨੇਪਾਲ ਦੇ ਨਾਲ ਨਾਲ ਇਹ ਸਾਡੇ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੂਰਬ ਦੇ ਵਿੱਚ ਅਸਾਮ, ਅਰੁਣਾਚਲ ਪ੍ਰਦੇਸ਼ ਦੇ ਨਾਲ ਨਾਲ ਇਸ ਜਿਹੜਾ ਸਾਡਾ ਹਿਮਾਲਿਆ ਪਰਬਤ ਲੱਗਦਾ ਹੈ, ਇਹ ਹਿਮਾਲਿਆ ਪਰਬਤ ਤੋਂ ਇਹ ਨਦੀਆਂ ਵਹਿ ਕੇ ਆ ਰਹੀਆਂ ਹਨ। ਇਹ ਕਿਹੜੇ-ਕਿਹੜੇ ਰਾਜਾਂ ਵਿੱਚੋਂ ਨਿਕਲਦੀਆਂ ਹਨ? ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਤੇ ਇਹ ਕਿਹਦੇ 'ਚ ਜਾ ਕੇ ਡਿੱਗ ਜਾਂਦੀ ਹੈ? ਬੰਗਲਾਦੇਸ਼। ਬੰਗਲਾਦੇਸ਼ ਦੇ ਵਿੱਚ ਇਹ ਜਾ ਕੇ ਬੰਗਾਲ ਦੀ ਖਾੜੀ ਦੇ ਵਿੱਚ ਚਲੀ ਜਾਂਦੀ ਹੈ। ਇਹ ਗੰਗਾ ਨਦੀ ਸਾਡੀ ਕਿਹੜੇ-ਕਿਹੜੇ ਰਾਜਾਂ 'ਚ ਨਿਕਲਦੀ ਹੈ? ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ। ਉਸ ਤੋਂ ਬਾਅਦ ਇਹ ਸਾਡਾ ਜਿਹੜਾ ਗਵਾਂਢੀ ਰਾਜ ਹੈ ਬੰਗਲਾਦੇਸ਼, ਬੰਗਲਾਦੇਸ਼ ਦੇ ਵਿੱਚ ਇਹ ਚਲੀ ਜਾਂਦੀ ਹੈ। ਬੰਗਲਾਦੇਸ਼ ਤੋਂ ਬਾਅਦ ਇਹ ਬੰਗਾਲ ਦੀ ਖਾੜੀ ਦੇ ਵਿੱਚ ਡਿੱਗ ਜਾਂਦੀ ਹੈ। ਉਸ ਤੋਂ ਅੱਗੇ ਆਈਏ ਬ੍ਰਹਮਪੁੱਤਰ। ਬ੍ਰਹਮਪੁੱਤਰ ਦਰਿਆ ਜਾਂ ਨਦੀ, ਇਹ ਵੀ ਹਿਮਾਲਿਆ ਤੋਂ ਹੀ ਪੈਦਾ ਹੋਈ ਹੈ। ਸਭ ਤੋਂ ਪਹਿਲਾਂ ਇਹਦਾ ਜਿਹੜਾ ਬਰਥ ਪਲੇਸ ਹੈ ਉਹ ਚਾਈਨਾ ਹੈ। ਚੀਨ ਦੇ ਵਿੱਚੋਂ ਇਹ ਹੁੰਦੀ ਹੋਈ ਸਾਡੇ ਭਾਰਤ ਦੇ ਵਿੱਚ ਐਂਟਰ ਕਰਦੀ ਹੈ ਅਰੁਣਾਚਲ ਪ੍ਰਦੇਸ਼ ਤੋਂ। ਕਿੱਥੋਂ? ਅਰੁਣਾਚਲ ਪ੍ਰਦੇਸ਼ ਤੋਂ। ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਇਹ ਅਸਾਮ ਦੇ ਵਿੱਚ ਆਉਂਦੀ ਹੈ। ਅਸਾਮ ਤੋਂ ਬਾਅਦ ਇਹ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਹੋਈ ਗੰਗਾ ਨਦੀ ਦੇ ਨਾਲ ਮਿਲ ਕੇ ਇੱਕ ਡੈਲਟਾ ਬਣਾਉਂਦੀ ਹੈ। ਡੈਲਟਾ ਕੀ ਹੁੰਦਾ ਹੈ? ਇੱਕ ਤਿਕੋਣ ਆਕਾਰ ਦੀ ਇੱਕ ਆਕ੍ਰਿਤੀ ਬਣਾਉਂਦੀ ਹੈ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ? ਡੈਲਟਾ। ਇੱਥੇ ਤਿਕੋਣ ਬਣ ਜਾਂਦਾ ਹੈ, ਜਿਸ ਨੂੰ ਬਹੁਤ ਹੀ ਉਪਜਾਊ ਮੰਨਿਆ ਜਾਂਦਾ ਹੈ। ਇਹ ਥਾਂ ਜਿਹੜੀ ਇਹ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ। ਇੱਥੇ ਇਹ ਕਿਹੜਾ ਡੈਲਟਾ ਬਣਾਉਂਦੀ ਹੈ? ਸੁੰਦਰਬਨ ਦਾ ਡੈਲਟਾ। ਹਾਂਜੀ, ਇਸ ਤੋਂ ਬਾਅਦ ਇਹਨਾਂ ਨੂੰ ਨਕਸ਼ੇ ਦੇ ਉੱਪਰ ਭਰਨ ਤੋਂ ਬਾਅਦ ਅਸੀਂ ਇਹਨਾਂ ਦੇ ਨਕਸ਼ੇ ਦੇ ਉੱਪਰ ਸੰਕੇਤ ਵੀ ਦੇਣੇ ਹਨ, ਤਾਂ ਕਿ ਚੈੱਕ ਕਰਨ ਵਾਲੇ ਨੂੰ, ਟੀਚਰ ਨੂੰ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਨਕਸ਼ੇ ਦੇ ਉੱਪਰ ਕੀ ਫਿਲ ਕੀਤਾ ਹੈ। ਹਾਂਜੀ,
ਤੁਹਾਡੇ ਸੱਜੇ ਪਾਸੇ ਬਾਕਸ ਬਣੇ ਹੋਣਗੇ ਮੈਪ ਦੇ ਉੱਪਰ। ਸਭ ਤੋਂ ਪਹਿਲਾਂ ਅਸੀਂ ਗੰਗਾ ਦਾ ਸੰਕੇਤ, ਜਿਵੇਂ ਗੰਗਾ ਅਸੀਂ ਪਹਿਲਾਂ ਡਰਾ ਕੀਤੀ ਸੀ, ਗੰਗਾ ਦਾ ਸੰਕੇਤ ਅਸੀਂ ਪਹਿਲਾਂ ਦੇ ਦਿਆਂਗੇ। ਇਹ ਗੰਗਾ ਨਦੀ ਅਸੀਂ ਇਸ ਤਰ੍ਹਾਂ ਲਾਈਨ ਦੇ ਨਾਲ ਡਰਾ ਕੀਤੀ ਹੈ। ਇਹ ਇੱਕ ਪੰਜਾਬੀ ਦੀ ਮਾਤਰਾ ਹੋੜਾ ਦੀ ਆਕ੍ਰਿਤੀ ਜੀ ਬਣਾ ਰਹੀ ਹੈ, ਇਸ ਕਰਕੇ ਮੈਂ ਇਹਦਾ ਸੰਕੇਤ ਹੋੜਾ ਜਿਹਾ ਦੇਤਾ। ਪੰਜਾਬੀ ਦੀ ਮਾਤਰਾ ਇੱਥੇ ਸਾਹਮਣੇ ਕੀ ਲਿਖਤਾ? ਗੰਗਾ। ਬ੍ਰਹਮਪੁੱਤਰ ਦੀ ਆਕ੍ਰਿਤੀ ਕੁਝ ਇਸ ਤਰ੍ਹਾਂ ਬਣ ਰਹੀ ਸੀ, ਇਸ ਕਰਕੇ ਇਹਦਾ ਸੰਕੇਤ ਅਸੀਂ ਇਸੇ ਤਰ੍ਹਾਂ ਦੇ ਦਿੱਤਾ ਤੇ ਸਾਹਮਣੇ ਕੀ ਲਿਖ ਦਿੱਤਾ? ਬ੍ਰਹਮਪੁੱਤਰ। ਹੁਣ ਇਸ ਤੋਂ ਬਾਅਦ ਅਸੀਂ ਭਾਰਤ ਦੇ ਉੱਤਰੀ ਮੈਦਾਨ ਭਾਰਤ ਦੇ ਨਕਸ਼ੇ ਦੇ ਵਿੱਚ ਭਰਾਂਗੇ। ਇਹਨਾਂ ਨੂੰ ਉੱਤਰੀ ਕਿਉਂ ਕਿਹਾ ਗਿਆ ਹੈ? ਕਿਉਂਕਿ ਇਹ ਸਾਡੀ ਉੱਤਰ ਦਿਸ਼ਾ ਵਿੱਚ ਹਨ, ਭਾਰਤ ਦੀ ਉੱਤਰ ਦਿਸ਼ਾ ਵਿੱਚ ਹਨ। ਇਹ ਮੈਂ ਹਰੇ ਰੰਗ ਦੇ ਨਾਲ ਦਰਸਾਏ ਹਨ। ਇਹ ਜਿਹੜੇ ਮੈਦਾਨ ਨੇ ਇਹ ਬਹੁਤ ਜ਼ਿਆਦਾ ਉਪਜਾਊ ਮੈਦਾਨ ਹੈ। ਇਹ ਜਿਹੜਾ ਆ ਸਾਰਾ ਏਰੀਆ ਹੈ ਇਹ ਕੀ ਹੈ? ਭਾਰਤ ਦਾ ਉੱਤਰੀ ਮੈਦਾਨ। ਇਹ ਹਰਾ ਰੰਗ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਨਕਸ਼ੇ ਦੇ ਵਿੱਚ, ਕ੍ਰਾਸ ਤੁਹਾਨੂੰ ਦਿਖਾਈ ਦੇ ਰਹੇ ਨੇ, ਇਹ ਕੀ ਹੈ? ਭਾਰਤ ਦੇ ਉੱਤਰੀ ਮੈਦਾਨ। ਭਾਰਤ ਦੇ ਉੱਤਰੀ ਮੈਦਾਨ ਜਿਹੜੇ ਨੇ ਬਹੁਤ ਜ਼ਿਆਦਾ ਉਪਜਾਊ ਨੇ। ਇੱਥੇ 70% ਜਿਹੜੀ ਹੈ ਉਹ ਕਣਕ ਉਗਾਈ ਜਾਂਦੀ ਹੈ ਤੇ ਚਾਵਲ ਵੀ ਪੈਦਾ ਕੀਤੇ ਜਾਂਦੇ ਨੇ। ਲਗਭਗ 50% ਇੱਥੇ ਚਾਵਲ ਪੈਦਾ ਕੀਤਾ ਜਾਂਦਾ ਹੈ ਤੇ ਇੱਥੇ ਜ਼ਿਆਦਾਤਰ ਜਲੋੜੀ ਮਿੱਟੀ ਪਾਈ ਜਾਂਦੀ ਹੈ। ਇਹਨਾਂ ਉੱਤਰੀ ਮੈਦਾਨਾਂ ਦੇ ਵਿੱਚ ਜਲੋੜੀ ਮਿੱਟੀ ਪਾਈ ਜਾਂਦੀ ਹੈ। ਹਾਂਜੀ, ਜਿਹੜੇ ਰਾਜਾਂ ਦੇ ਵਿੱਚ ਉੱਤਰੀ ਮੈਦਾਨ ਹਨ ਉਹ ਰਾਜ ਕਿਹੜੇ ਹਨ? ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ। ਇਹ ਮੈਂ ਕ੍ਰਾਸ ਦੇ ਨਾਲ ਹਰੇ ਰੰਗ ਦੇ ਨਾਲ ਦਰਸਾਏ ਨੇ। ਇਹ ਭਾਰਤ ਦੇ ਉੱਤਰੀ ਮੈਦਾਨ ਹਨ। ਸੰਕੇਤ ਦੇ ਵਿੱਚ ਅਸੀਂ ਇਹ ਕ੍ਰਾਸ ਇਹਦਾ ਸੰਕੇਤ ਦੇ ਦਿੱਤਾ ਹੈ ਤੇ ਸਾਹਮਣੇ ਕੀ ਲਿਖ ਦਿੱਤਾ ਹੈ? ਉੱਤਰੀ ਮੈਦਾਨ। ਹੁਣ ਸਾਨੂੰ ਉਹਨਾਂ ਨੇ ਜਲੋੜੀ ਮਿੱਟੀ ਵੀ ਪੁੱਛੀ ਹੈ ਕਿ ਜਲੋੜੀ ਮਿੱਟੀ ਕਿੱਥੇ ਕਿੱਥੇ ਪਾਈ ਜਾਂਦੀ ਹੈ। ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜਿੱਥੇ ਭਾਰਤ ਦੇ ਉੱਤਰੀ ਮੈਦਾਨ ਨੇ ਉੱਥੇ ਜਲੋੜੀ ਮਿੱਟੀ ਵੀ ਪਾਈ ਜਾਂਦੀ ਹੈ। ਹੁਣ ਅਸੀਂ ਇੱਕੋ ਹੀ ਸੰਕੇਤ ਦੇ ਨਾਲ ਜਿਹੜਾ ਅਸੀਂ ਭਾਰਤ ਦੇ ਉੱਤਰੀ ਮੈਦਾਨ ਸ਼ੋਅ ਕੀਤੇ ਸੀ, ਉਹੀ ਸਾਡੇ ਸੰਕੇਤ ਦੇ ਨਾਲ ਅਸੀਂ ਜਲੋੜੀ ਮਿੱਟੀ ਵੀ ਦਰਸਾ ਸਕਦੇ ਹਾਂ। ਅਗਰ ਤੁਸੀਂ ਅਲੱਗ ਸਿੰਬਲ ਦੇਣਾ ਚਾਹੁੰਦੇ ਹੋ ਅਲੱਗ ਵੀ ਦੇ ਸਕਦੇ ਹੋ, ਪਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਪਹਿਲਾਂ ਹੀ ਫਿਲ ਕਰ ਚੁੱਕੇ ਹਾਂ। ਹੋਰ ਸੰਕੇਤ ਦਿਆਂਗੇ ਤਾਂ ਇਹ ਤੁਹਾਨੂੰ ਪਤਾ ਨਹੀਂ ਚੱਲੇਗਾ, ਸੰਕੇਤ ਸਾਰੇ ਮਿਕਸ ਹੋ ਜਾਣਗੇ। ਇਸੇ ਕਰਕੇ ਅਸੀਂ ਇੱਕੋ ਹੀ ਸੰਕੇਤ ਦੇ ਨਾਲ ਅਸੀਂ ਦੋ ਚੀਜ਼ਾਂ ਵੀ ਦਰਸਾ ਸਕਦੇ ਹਾਂ। ਜਿਵੇਂ ਅਸੀਂ ਇੱਥੇ ਦਿੱਤਾ ਸੀਗਾ ਕ੍ਰਾਸ ਲਗਾ ਕੇ ਉੱਤਰੀ ਮੈਦਾਨ ਲਿਖਿਆ ਸੀ, ਅਸੀਂ ਇਹਦੇ ਨਾਲ ਹੀ ਇੱਥੇ ਗ੍ਰੀਨ ਕਲਰ ਦੇ ਨਾਲ ਹੀ ਅਸੀਂ ਕ੍ਰਾਸ ਦੇ ਨਾਲ ਹੀ ਉੱਤਰੀ ਮੈਦਾਨ ਦੇ ਸਾਹਮਣੇ ਹੋਰ ਕੀ ਲਿਖ ਸਕਦੇ ਹਾਂ? ਅਤੇ ਜਲੋੜੀ ਮਿੱਟੀ, ਅਤੇ ਜਲੋੜੀ ਮਿੱਟੀ, ਅਤੇ ਜਲੋੜੀ ਮਿੱਟੀ। ਇਸੇ ਤਰ੍ਹਾਂ ਅਸੀਂ ਇੱਕ ਹੀ ਸੰਕੇਤ ਦੇ ਨਾਲ ਅਸੀਂ ਦੋ ਚੀਜ਼ਾਂ ਦਰਸਾ ਦਿੱਤੀਆਂ ਨੇ। ਇਹ ਤੁਸੀਂ ਇਰੇਜ਼ ਕਰ ਸਕਦੇ ਹੋ ਜਾਂ ਇੱਥੇ ਕੁਝ ਵੀ ਤੁਸੀਂ ਨਾ ਲਿਖੋ, ਠੀਕ ਹੈ। ਹੁਣ ਤੁਸੀਂ ਇਸ ਨਕਸ਼ੇ ਦੇ ਉੱਪਰ ਪਰਪਲ ਕਲਰ ਦੇ ਡਾਟਸ ਦੇਖ ਰਹੇ ਹੋ। ਇਹ ਡਾਟਸ ਕੀ ਸ਼ੋ ਕਰ ਰਹੇ ਨੇ? ਇਹ ਡਾਟਸ ਦੇ ਥਰੂ ਮੈਂ ਕਾਲੀ ਮਿੱਟੀ ਨੂੰ ਦਰਸਾਇਆ ਹੈ। ਇਹ ਡਾਟਸ ਦੇ ਥਰੂ ਮੈਂ ਕਾਲੀ ਮਿੱਟੀ ਨੂੰ ਦਰਸਾਇਆ ਹੈ। ਇਹ ਰਾਜ ਗੁਜਰਾਤ ਹੈ, ਇਹ ਹੈ ਮੱਧ ਪ੍ਰਦੇਸ਼, ਇਹ ਹੈ ਮਹਾਰਾਸ਼ਟਰ, ਇਹ ਹੈ ਕਰਨਾਟਕ, ਇਹ ਹੈ ਆਂਧਰ ਪ੍ਰਦੇਸ਼। ਇਹ ਨੀਚੇ ਅਸੀਂ ਇਹਦਾ ਸੰਕੇਤ ਦੇ ਦਿੱਤਾ ਹੈ ਡਾਟਸ ਲਗਾ ਕੇ ਪਰਪਲ ਕਲਰ ਦੇ ਨਾਲ ਮੈਂ ਲਿਖਤਾ ਕਾਲੀ ਮਿੱਟੀ। ਹਾਂਜੀ, ਇਸ ਕਾਲੀ ਮਿੱਟੀ ਦੇ ਵਿੱਚ ਨਮੀ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ, ਬਹੁਤ ਘੱਟ ਹੁੰਦੀ ਹੈ। ਇਹ ਕਾਲੀ ਮਿੱਟੀ ਕਪਾਹ ਦੀ ਫਸਲ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ। ਕਪਾਹ ਦੀ ਫਸਲ ਇੱਥੇ ਕਾਫੀ ਜ਼ਿਆਦਾ ਪੈਦਾ ਕੀਤੀ ਜਾਂਦੀ ਹੈ। ਪੇਪਰ ਦੇ ਵਿੱਚ ਤੁਹਾਨੂੰ ਇਹ ਮੈਂ ਕਾਫੀ ਏਰੀਆਜ਼ ਦਿਖਾਏ ਨੇ ਤੁਹਾਨੂੰ ਕਾਲੀ ਮਿੱਟੀ ਦੇ। ਪੇਪਰ ਦੇ ਵਿੱਚ ਤੁਹਾਨੂੰ ਇੱਕ ਜਾਂ ਦੋ ਹੀ ਪੁੱਛੇ ਜਾਣਗੇ, ਪਰ ਇਹ ਤੁਹਾਡੀ ਨੌਲੇਜ ਲਈ ਹੈ। ਇਹ ਸਾਰੇ ਏਰੀਆਜ਼ ਮੈਂ ਤੁਹਾਨੂੰ ਦਿਖਾ ਦਿੱਤੇ ਨੇ।
ਇਸ ਤਰ੍ਹਾਂ ਅਸੀਂ ਇਸ ਨਕਸ਼ੇ ਦੇ ਵਿੱਚ 5 ਚੀਜ਼ਾਂ ਫਿਲ ਕਰ ਲਈਆਂ ਹਨ। ਬਾਕੀ ਜਿਹੜੇ ਪੁਆਇੰਟਸ ਰਹਿ ਗਏ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਾਂਗੀ। ਤੇ ਇਹ ਨਕਸ਼ਾ ਤੁਸੀਂ ਅੱਛੀ ਤਰ੍ਹਾਂ ਫਿਲ ਕਰਕੇ ਮੈਨੂੰ ਚੈੱਕ ਕਰਵਾਉਣਾ ਹੈ। ਓਕੇ ਬਾਏ।